ਉਹ ਮਿਲਦਾ ਸੀ, ਉਹ ਸਰਕਾਰ ਨੇ ਨਵੇਂ ਪੇ ਕਮਿਸ਼ਨ ਦੇ ਵਿੱਚ 25 ਤੋਂ ਘਟਾ ਕੇ 20 ਕਰ ਦਿੱਤਾ ਗਿਆ। ਸਾਡੇ ਨਾਲ ਵੱਡੀ ਬੇਇਨਸਾਫੀ ਕੀਤੀ ਗਈ ਆ। ਇੰਨਾ ਹੀ ਨਹੀਂ, ਉਹਨਾਂ ਨੇ ਜਿਹੜੇ ਸਾਡੇ ਉਹ ਬੇਸਿਕ ਪੇ ਦਾ ਪਾਰਟ ਬਣਦਾ ਸੀ NPA, ਉਹਨੂੰ ਉਹਦੇ ਨਾਲੋਂ ਬੇਸਿਕ ਪੇ ਨਾਲੋਂ ਅਲੱਗ ਕਰ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਸਾਨੂੰ ਬੜਾ ਧੋਖਾ। मनप्रीत बादल 5 बार MLA बन चुके हैं तो इसका मतलब 5 पेंशनां भी उन्होंने मिलती होंगी तो दूसरे पासे 2004 दे तो लैके जी न्यू पेंशन स्कीम लागू हुई है तो मुलाजमां नूं पेंशन बंद की गई है। ये जो कंजूसीकरण का फार्मूला मनप्रीत बादल लैके आए हैं, ये तुहानूं लगदा भी इन्होंने आपदे MLA MPs दे लई भी किते लागू कीता जां सिर्फ ते सिर्फ मुलाजमां ते? पहला ਜਿਹੜੀ ਉਹ ਅਕਾਲੀ ਦਲ ਦੀ ਉਹਨਾਂ ਨੇ ਬੇੜੀ ਡਬੋਈ ਆ ਤੇ ਹੁਣ ਉਹ ਕਾਂਗਰਸ ਦੀ ਬੇੜੀ ਜਿਹੜੀ ਹੈਗੀ ਆ ਡਬੋਣ ਵੱਲੋਂ ਤੁਰੇ ਹੋਏ ਨੇ। ਤੇ ਜਦੋਂ ਪਬਲਿਕ ਓਪੀਨੀਅਨ ਅਲਟਰ ਹੁੰਦੀ ਆ ਤੇ ਫਿਰ ਸਰਕਾਰਾਂ ਵੀ ਡਰਦੀਆਂ ਨੇ ਤੇ ਸਿਸਟਮ ਵੀ ਡਰਦਾ। ਜਦੋਂ ਪਬਲਿਕ ਓਪੀਨੀਅਨ ਅਲਟਰ ਹੋਈ ਆ, ਇਹ ਸਾਰਾ ਕੁਝ ਸ਼ਾਇਦ ਉਹ ਸਾਡੇ ਕੋਲੋਂ ਨਾ ਡਰਦੇ ਹੋਣ, ਪਬਲਿਕ ਓਪੀਨੀਅਨ ਕੋਲੋਂ ਡਰਦੇ ਆ ਤੇ ਲੋਕਾਂ ਕੋਲੋਂ ਡਰਦੇ ਆ ਕਿ ਹਾਂ ਇਹਦੇ ਨਾਲ ਸਾਨੂੰ ਘਾਟਾ ਪਏਗਾ ਤੇ ਉਸ ਤੋਂ ਲੱਗਦਾ ਵੀ ਸ਼ਾਇਦ ਜਿਹੜਾ ਸਾਡਾ ਮਸਲਾ ਸੀਗਾ ਉਹ ਹੱਲ ਹੋ ਜਾਏਗਾ। ਪਰ NPA ਦੀ ਗੱਲ ਹੈ ਇਕੱਲੇ, ਜਿਹੜੇ ਬਾਕੀ ਅਲਾਉਂਸਸ ਨੇ ਉਹ ਉਹਨਾਂ ਦੇ ਬਾਰੇ ਚ ਹਲੇ ਤੱਕ ਕੋਈ ਗੱਲ ਨਹੀਂ ਹੋ ਰਹੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਰਮ, ਤੁਸੀਂ ਦੇਖ ਰਹੇ ਹੋ ਦਾ ਮਿਰਰ ਪੰਜਾਬ TV। ਦੋਸਤੋ, ਪੰਜਾਬੀ ਦੀ ਇੱਕ ਕਹਾਵਤ ਆ ਵੀ ਖੋਦਿਆ ਪਹਾੜ ਨਿਕਲਿਆ ਚੂਹਾ। ਇਹ ਕਹਾਵਤ ਤੇ ਅੱਜ ਕੱਲ ਜਿਹੜਾ 6ਵਾਂ ਪੇ ਕਮਿਸ਼ਨ ਆ ਉਹਦੇ ਤੇ ਬਿਲਕੁਲ ਲਾਗੂ ਹੋ ਰਹੀ ਹੈ। 2016 ਤੋਂ ਸਾਰਾ ਮੁਲਾਜ਼ਮ ਵਰਗ ਆ ਜਿਹੜਾ ਪੈਨਸ਼ਨਰ ਨੇ ਉਹ 6ਵੇਂ ਪੇ ਕਮਿਸ਼ਨ ਦੀ ਵੇਟ ਕਰ ਰਹੇ ਸੀ ਕਿ ਕਦੋਂ ਸਾਨੂੰ ਇਹ ਮਿਲੇਗਾ, ਪਰ ਜਦੋਂ ਮਿਲਿਆ ਤਾਂ ਸਾਰੇ ਵਰਗ ਸੰਘਰਸ਼ਾਂ ਦੇ ਰਾਹ ਤੇ ਨੇ। ਚਾਹੇ ਉਹ ਚੌਥਾ ਦਰਜਾ ਮੁਲਾਜ਼ਮ ਨੇ, ਡਾਕਟਰ ਨੇ, ਮੁਲਾਜ਼ਮ ਜਿਹੜੇ ਕਲੈਰੀਕਲ ਸਟਾਫ ਆ, ਹਰ ਵਰਗ ਇਸ 6ਵੇਂ ਪੇ ਕਮਿਸ਼ਨ ਤੋਂ ਨਾਖੁਸ਼ ਹੈ। ਉਹਨਾਂ ਦਾ ਕਹਿਣਾ ਕਿ ਇਸ ਪੇ ਕਮਿਸ਼ਨ ਦੇ ਵਿੱਚ ਸਿਰਫ ਦਿਖਾਵਾ ਕੀਤਾ ਗਿਆ ਵੀ ਅਸੀਂ ਮੁਲਾਜ਼ਮਾਂ ਨੂੰ ਸਹੂਲਤਾਂ ਦਿੱਤੀਆਂ ਨੇ। ਅਸਲ ਦੇ ਵਿੱਚ ਜਦੋਂ ਕੈਲਕੂਲੇਸ਼ਨ ਕਰਦੇ ਆ, ਕੈਲਕੂਲੇਸ਼ਨਾਂ ਕਰਨ ਤੋਂ ਬਾਅਦ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਾਫੀ ਕਟੌਤੀ ਹੋਈ ਹੈ। ਬਹੁਤ ਸਾਰੇ ਇਦਾਂ ਦੇ ਫੰਡ ਨੇ, NPA ਹੈ ਜਿੱਦਾਂ ਡਾਕਟਰਸ ਨੂੰ ਮਿਲਦਾ ਸੀ ਉਹ ਕੱਟ ਦਿੱਤਾ ਗਿਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕੱਟੀਆਂ ਗਈਆਂ ਨੇ। ਤੇ ਜਦੋਂ ਸਾਰੇ ਵਰਗ ਸੰਘਰਸ਼ ਦੇ ਰਾਹ ਤੇ ਨੇ ਤੇ ਡਾਕਟਰਸ ਨੇ ਖਾਸ ਤੌਰ ਤੇ ਜਿਹੜੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਨਾਲ ਜੁੜੇ ਹੋਏ ਆ ਉਹ ਵੀ ਸੰਘਰਸ਼ ਦੇ ਰਾਹ ਤੇ ਨੇ। ਅੱਜ ਸਾਡੇ ਨਾਲ ਨੇ ਡਾਕਟਰ ਅਬਦੁਲ ਮਜੀਦ ਜੀ, ਜਿਹੜੇ ਪੰਜਾਬ ਰਾਜ ਵੈਟਰਨਰੀ ਡਾਕਟਰ ਐਸੋਸੀਏਸ਼ਨ ਰਜਿਸਟਰ ਦੇ ਪੰਜਾਬ ਦੇ ਪ੍ਰਧਾਨ ਨੇ। ਆਪਾਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂ, ਧੰਨਵਾਦ ਜੀ। ਡਾਕਟਰ ਸਾਹਿਬ, ਰੋਸ ਪ੍ਰਗਟ ਕਰਨ ਜਾ ਰਹੇ ਹੋ ਤੁਸੀਂ 6ਵੇਂ ਪੇ ਕਮਿਸ਼ਨ ਦੇ ਖਿਲਾਫ, ਮਸਲਾ ਕੀ ਹੈ ਅਸਲ ਦੇ ਵਿੱਚ? ਕਰਮ ਜੀ, ਇਦਾਂ ਹੈਗਾ ਵੀ ਜਿਹੜਾ ਰੋਸ ਪ੍ਰਗਟ ਕਰਨ ਵਾਲੀ ਗੱਲ ਹੈਗੀ ਆ, ਸਾਡਾ ਕਾਫੀ ਦਿਨਾਂ ਤੋਂ ਰੋਸ ਜਿਹੜਾ ਹੈਗਾ ਪ੍ਰਗਟ ਕੀਤਾ ਜਾ ਰਿਹਾ। ਪੂਰੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਲੱਗ ਰਹੇ ਨੇ। ਜਿਹੜੀਆਂ OPD ਸਰਵਿਸਿਜ਼ ਸੀਗੀਆਂ, ਐਮਰਜੈਂਸੀ ਸਰਵਿਸਿਜ਼ ਸੀਗੀਆਂ, ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਤੇ ਪੂਰੇ ਪੰਜਾਬ ਦੀਆਂ ਸੜਕਾਂ ਦੇ ਉੱਪਰ ਤੁਸੀਂ ਦੇਖਿਆ ਹੋਵੇਗਾ ਕਿ ਡਾਕਟਰ ਜਿਨ੍ਹਾਂ ਨੂੰ ਮੰਨਿਆ ਗਿਆ ਕਿ ਉਹ ਰੱਬ ਦਾ ਰੂਪ ਹੁੰਦੇ ਆ, ਅੱਜ ਉਹ ਸੰਘਰਸ਼ ਦੇ ਰਾਹ ਪਏ ਹੋਏ ਆ। ਮਰੀਜ਼ ਬਾਹਰਲੇ ਪਾਸੇ ਪਏ ਬੈੱਡ ਦੇ ਉੱਪਰ ਤੜਪ ਰਹੇ ਆ। ਬੜਾ ਦੁੱਖ ਲੱਗਦਾ ਉਹਨਾਂ ਨੂੰ ਦੇਖ ਕੇ ਕਿ ਕਿਉਂਕਿ ਅਸੀਂ ਉਹਨਾਂ ਨੂੰ ਸਰਵ ਕਰਨਾ ਚਾਹੁੰਦੇ ਹਾਂ, ਉਹਨਾਂ ਦੀ ਸਮੱਸਿਆਵਾਂ ਨੂੰ ਸਮਝਦੇ ਹਾਂ, ਲੇਕਿਨ ਮਸਲਾ ਇੰਨਾ ਵੱਡਾ ਖੜਾ ਹੋ ਗਿਆ ਕਿ ਅਸੀਂ ਉਹਨਾਂ ਨੂੰ ਸਰਵ ਨਹੀਂ ਕਰ ਪਾ ਰਹੇ। ਸਾਨੂੰ ਬਾਹਰ ਸੜਕਾਂ ਦੇ ਉੱਪਰ ਧੁੱਪ ਦੇ ਉੱਪਰ ਵਾਈਟ ਕੋਟ ਪਹਿਨ ਕੇ ਬੈਠਣਾ ਪੈ ਰਿਹਾ ਤੇ ਲੋਕ ਬੜੇ ਦੁਖੀ ਹੋ ਰਹੇ ਨੇ। ਲੇਕਿਨ ਮਸਲਾ ਇਹ ਹੈ ਕਿ ਅਜਿਹਾ ਕਰਨ ਦੀ ਨੌਬਤ ਕਿਉਂ ਆਈ? ਉਹਦੇ ਪਿੱਛੇ ਵੱਡਾ ਜਿਹੜਾ ਰੀਜ਼ਨ ਇਹ ਹੈ, ਵੈਸੇ ਤਾਂ ਕਾਫੀ ਕੁਝ ਕੀਤਾ ਗਿਆ ਲੇਕਿਨ ਵੱਡਾ ਸਾਰਾ ਜਿਹੜਾ ਰੀਜ਼ਨ ਹੈ ਉਹ ਇਹ ਹੈ ਕਿ ਸਾਨੂੰ 25% ਦਾ NPA ਜਿਹਨੂੰ ਨਾਨ ਪ੍ਰੈਕਟਿਸ ਅਲਾਉਂਸ ਕਹਿੰਦੇ ਆ ਉਹ ਮਿਲਦਾ ਸੀ। ਉਹ ਸਰਕਾਰ ਨੇ ਨਵੇਂ ਪੇ ਕਮਿਸ਼ਨ ਦੇ ਵਿੱਚ 25 ਤੋਂ ਘਟਾ ਕੇ 20 ਕਰ ਦਿੱਤਾ ਗਿਆ। ਸਾਡੇ ਨਾਲ ਵੱਡੀ ਬੇਇਨਸਾਫੀ ਕੀਤੀ ਗਈ ਆ। ਇੰਨਾ ਹੀ ਨਹੀਂ, ਉਹਨਾਂ ਨੇ ਜਿਹੜੇ ਸਾਡੇ ਉਹ ਬੇਸਿਕ ਪੇ ਦਾ ਪਾਰਟ ਬਣਦਾ ਸੀ NPA, ਉਹਨੂੰ ਉਹਦੇ ਨਾਲੋਂ ਬੇਸਿਕ ਪੇ ਨਾਲੋਂ ਅਲੱਗ ਕਰ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਸਾਨੂੰ ਬੜਾ ਧੋਖਾ ਕੀਤਾ ਗਿਆ। ਪਿਛਲੇ ਦਿਨਾਂ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਭਾਰਤ ਦੇ ਵਿੱਚ ਮਹਾਮਾਰੀ ਚੱਲ ਰਹੀ। ਅਮਾਉਂਟ ਬਣ ਜਾਂਦੀ ਹੈ NPA ਦੀ ਜੇ ਦੇਖਿਆ ਜਾਵੇ? ਜੇ ਤੁਸੀਂ 25% ਦੇ ਹਿਸਾਬ ਨਾਲ ਬੇਸਿਕ ਪੇ ਦੇ ਹਿਸਾਬ ਨਾਲ ਦੇਖੀਏ ਤਾਂ ਬੇਸਿਕ ਪੇ ਜਿਉਂ-ਜਿਉਂ ਤੁਹਾਡੀ ਸਰਵਿਸ ਵੱਧਦੀ ਜਾਂਦੀ ਆ, ਬੇਸਿਕ ਪੇ ਤੁਹਾਡੀ ਵੱਧਦੀ ਜਾਂਦੀ ਆ ਤੇ ਉਹਨੂੰ ਪਰਸੈਂਟੇਜ ਦੇ ਹਿਸਾਬ ਨਾਲ ਆਪਾਂ ਦੇਖੀਏ, ਜੇ ਸ਼ੁਰੂ ਦੇ ਵਿੱਚ ਸਾਨੂੰ 45,000 ਰੁਪਇਆ
ਜਿਹੜੀ ਸ਼ੁਰੂ ਦੇ ਵਿੱਚ ਸਾਡੀ 15600 ਬੇਸਿਕ ਪੇ ਸੀਗੀ, ਉਹਦਾ ਆਪਾਂ 25% ਲਗਾਈਏ ਤਾਂ ਲਗਭਗ 4-5 ਹਜ਼ਾਰ ਰੁਪਇਆ ਬੇਸਿਕ ਪੇ ਦੇ ਵਿੱਚ ਐਡ ਹੁੰਦਾ ਸੀ। ਉਹਦੇ ਉੱਪਰ ਬਾਕੀ ਸਾਰੇ ਭੱਤੇ ਲੱਗਦੇ ਸੀ। ਪਰ ਹੁਣ ਜਦੋਂ ਜਿਹੜੇ ਪੇ ਮੈਟ੍ਰਿਕਸ ਨੇ ਉਹ ਚੇਂਜ ਹੋ ਗਏ ਨੇ ਤੇ ਮੋਰਓਵਰ ਜੋ ਬੰਦੇ ਦੀ ਸਰਵਿਸ ਚੇਂਜ ਜਾਂਦੀ ਸੀ ਤਾਂ ਉਹ 5000 ਤੋਂ ਸ਼ੁਰੂ ਹੋ ਕੇ 15000 20000 25000 ਤੱਕ ਜਦੋਂ ਤੱਕ ਬੰਦਾ ਰਿਟਾਇਰ ਹੋਣਾ ਉਦੋਂ ਤੱਕ ਉਹਦੀ ਅਮਾਉਂਟ ਬਣ ਜਾਂਦੀ ਸੀਗੀ। ਲੇਕਿਨ ਹੁਣ ਕਿਉਂਕਿ ਉਹਨਾਂ ਨੇ ਬੇਸਿਕ ਪੇ ਦੇ ਨਾਲੋਂ ਉਹਨੂੰ ਬਿਲਕੁਲ ਤੋੜ ਦਿੱਤਾ ਗਿਆ ਤੇ ਉਹ ਤੋਂ ਬਿਨਾ ਨਾਲ ਦੀ ਨਾਲ ਉਹਦੇ ਵਿੱਚ ਕਟੌਤੀ ਵੀ ਕਰ ਦਿੱਤੀ ਗਈ ਆ। ਇਹ ਬੜੀ ਗਲਤ ਗੱਲ ਹੋਈ ਆ। ਇਹਨੂੰ ਲੈ ਕੇ ਅਸੀਂ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਆ। ਅਸੀਂ ਇਕੱਲੇ ਹੀ ਨਹੀਂ, ਇਸ ਦੇ ਨਾਲ ਸਾਡੇ PCMS ਡਾਕਟਰਸ ਨੇ, ਹੋਮਿਓਪੈਥੀ ਵਾਲੇ ਨੇ, ਆਯੁਰਵੈਦਿਕ ਨੇ ਤੇ ਇਸ ਤਰੀਕੇ ਨਾਲ ਕਹੀਏ ਤੇ ਜਿਹੜੀ ਪੰਜਾਬ ਗਵਰਨਮੈਂਟ ਡਾਕਟਰ ਜੁਆਇੰਟ ਫਰੰਟ ਇੱਕ ਬਣਿਆ ਹੋਇਆ ਉਹਦੇ ਬੈਨਰ ਦੇ ਹੇਠਾਂ ਅਸੀਂ ਸਾਰੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਾਂ, ਨਾਅਰੇ ਲਗਾ ਰਹੇ ਹਾਂ। OPD ਸਰਵਿਸਿਜ਼ ਬੰਦ ਕੀਤੀਆਂ ਗਈਆਂ ਸੀ, ਲੇਕਿਨ ਕੁਝ ਦਿਨਾਂ ਤੋਂ ਸਾਨੂੰ ਆਸ਼ਵਾਸਨ ਮਿਲਿਆ ਕਿ ਇਹ ਤੁਹਾਡਾ ਜਿਹੜਾ ਠੀਕ ਕੀਤਾ ਜਾਏਗਾ, ਪਰ ਹਾਲੇ ਤੱਕ ਠੀਕ ਨਹੀਂ ਕੀਤਾ ਗਿਆ। ਇਸ ਕਰਕੇ ਜਿਹੜਾ ਰੋਸ ਹੈਗਾ ਉਹ ਚੱਲ ਰਿਹਾ। ਜਿਵੇਂ ਸਰ ਤੁਸੀਂ ਐਨੀਮਲ ਹਸਬੈਂਡਰੀ ਨਾਲ ਸੰਬੰਧ ਰੱਖਦੇ ਹੋ, ਜਿਹੜੇ ਬਾਕੀ ਡਾਕਟਰ ਨੇ ਉਹਨਾਂ ਨਾਲ ਕੋਈ ਜੁਆਇੰਟ ਫਾਰਮ ਬਣਾ ਕੇ ਸੰਘਰਸ਼ ਕੀਤਾ ਜਾ ਰਿਹਾ ਇਸ ਮਸਲੇ ਦੇ ਉੱਤੇ? ਉਹਨਾਂ ਦੇ ਤੇ ਕਿਉਂਕਿ ਨਾਨ ਪ੍ਰੈਕਟਿਸ ਅਲਾਊਂਸ ਤਾਂ ਉਹਨਾਂ ਨੂੰ ਵੀ ਮਿਲਦਾ ਸੀ ਤੇ ਸਾਰਿਆਂ ਤੇ ਇਫੈਕਟ ਹੋਏਗਾ ਇਸ ਤੋਂ? ਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਜਿਹੜੀ ਪੰਜਾਬ ਗਵਰਨਮੈਂਟ ਡਾਕਟਰ ਜੁਆਇੰਟ ਫਰੰਟ ਬਣਾਇਆ ਹੋਇਆ ਜਿਹਦੇ ਵਿੱਚ ਸਾਰੇ ਡਾਕਟਰਸ ਨੇ ਤੇ ਸਾਰੇ ਡਾਕਟਰਸ ਮਿਲ ਕੇ ਇਹਦੇ ਬਾਰੇ 'ਚ ਸੰਘਰਸ਼ ਕਰ ਰਹੇ ਨੇ, ਕਿਉਂਕਿ ਇਹ ਮਾਮਲਾ ਸਿਰਫ ਵੈਟਰਨਰੀ ਡਾਕਟਰਾਂ ਦਾ ਮਾਮਲਾ ਨਹੀਂ, ਵੈਟਰਨਰੀ ਆਫੀਸਰ ਦਾ ਮਾਮਲਾ ਨਹੀਂ ਹੈਗਾ, ਇਹ ਸਾਰੇ ਡਾਕਟਰਾਂ ਦਾ ਮਾਮਲਾ। ਤੇ ਮੋਰ ਓਵਰ ਜੇ ਅਸੀਂ ਗੱਲ ਕਰੀਏ ਨਾਨ ਪ੍ਰੈਕਟਿਸ ਅਲਾਊਂਸ ਦੀ, ਕਈ ਵਾਰੀ ਇਹ ਤੋਂ ਇਹ ਵੀ ਲੱਗਦਾ ਵੀ ਇਹਨਾਂ ਨੂੰ ਭੱਤਾ ਮਿਲਦਾ ਵੀ ਇਹ ਪ੍ਰੈਕਟਿਸ ਨਹੀਂ ਕਰਨਗੇ। ਕਈ ਵਾਰੀ ਇਹ ਤੋਂ ਇਦਾਂ ਲੱਗਦਾ ਵੀ ਇਹ ਪ੍ਰੈਕਟਿਸ ਨਹੀਂ ਕਰਨਗੇ, ਇਸ ਵਾਸਤੇ ਇਹਨਾਂ ਨੂੰ ਇਹ ਭੱਤਾ ਦਿੱਤਾ ਜਾਂਦਾ, ਜਦ ਕਿ ਇਹ ਬੇਸਿਕਲੀ ਅਸੀਂ ਪਹਿਲਾਂ ਵੀ ਮੰਗ ਕੀਤੀ ਆ ਕਿ ਇਹ ਮਿਸਨੋਮਰ ਹੈ। ਇਸ ਤੋਂ ਗਲਤ ਲੱਗਦਾ। ਅਲਟੀਮੇਟਲੀ ਇਹਦੇ ਪਿੱਛੇ ਰੀਜ਼ਨ ਕੀ ਆ? ਇਹਦੇ ਨਾਲ ਪ੍ਰੈਕਟਿਸ ਦਾ ਲਿੰਕ ਨਹੀਂ ਹੈ। ਪ੍ਰੈਕਟਿਸ ਤਾਂ ਵੈਸੇ ਵੀ ਜੇ ਅਸੀਂ ਦੇਖੀਏ, ਜਿਹੜਾ ਬੰਦਾ ਡਾਕਟਰ ਸਰਕਾਰ ਦੇ ਵਿੱਚ ਆ ਗਿਆ ਉਹਨੇ ਸਿਰਫ ਸਰਕਾਰੀ ਸਰਵਿਸਿਜ਼ ਦੇਣੀਆਂ ਨੇ, ਉਸ ਤੋਂ ਬਿਨਾਂ ਆਪਣਾ ਨਿੱਜੀ ਕੰਮ ਉਹ ਕਰ ਹੀ ਨਹੀਂ ਸਕਦਾ। ਪ੍ਰੈਕਟਿਸ ਤਾਂ ਬਾਅਦ ਦੀ ਗੱਲ ਆ, ਉਸ ਤੋਂ ਬਿਨਾਂ ਸਰਕਾਰ ਦੀਆਂ ਹਦਾਇਤਾਂ ਤੋਂ ਬਿਨਾਂ ਕੁਝ ਕਰ ਵੀ ਨਹੀਂ ਸਕਦਾ। ਜੇਕਰ NPA ਨਾਨ ਪ੍ਰੈਕਟਿਸ ਅਲਾਊਂਸ ਦਿੱਤਾ ਗਿਆ ਤਾਂ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਡਾਕਟਰੀ ਦੀ ਡਿਗਰੀ ਕਰਨਾ ਐਡਾ ਆਸਾਨ ਕੰਮ ਨਹੀਂ। ਦੂਜਾ, ਆਮ ਜਿਹੜੀ ਡਿਗਰੀ BA ਦੀ ਡਿਗਰੀ 3 ਸਾਲ ਦੇ ਵਿੱਚ ਹੋ ਜਾਂਦੀ ਆ, ਇਸ ਤੋਂ ਬਿਨਾਂ ਹੋਰ ਬੜਾ ਕੁਛ ਹੈ ਜਿਹੜਾ ਬਹੁਤ ਸ਼ਾਰਟ ਟਰਮ ਦੇ ਵਿੱਚ ਹੋਇਆ। ਤੇ ਓਵਰਆਲ ਅਸੀਂ ਦੇਖੀਏ ਤਾਂ ਇੱਕ ਡਾਕਟਰ ਜਦੋਂ ਸਰਵਿਸ ਦੇ ਵਿੱਚ ਆਉਂਦਾ 5 ਸਾਲ ਦੀ ਉਹ ਡਿਗਰੀ ਕਰਦਾ, ਉਸ ਤੋਂ ਪਹਿਲਾਂ ਉਹਨੇ PMT, ਅੱਜ ਕੱਲ੍ਹ ਨੀਟ ਹੈ, ਉਹ ਐਗਜ਼ਾਮ ਦਿੱਤੇ ਹੁੰਦੇ ਨੇ। ਤੇ ਓਵਰਆਲ ਜਦੋਂ ਉਹ ਡਾਕਟਰੀ ਕਰਕੇ ਨਿਕਲਦਾ, ਡਿਗਰੀ ਲੈ ਕੇ ਨਿਕਲਦਾ, ਤਾਂ ਉਹਦੀ ਉਮਰ 26-27 ਸਾਲ ਹੋ ਜਾਂਦੀ ਆ। ਜੇ ਬਾਕੀ ਮੁਲਾਜ਼ਮ 22-23 ਸਾਲ ਦੀ ਉਮਰ 'ਚ ਆ ਜਾਂਦੇ ਨੇ ਜੌਬ ਦੇ ਵਿੱਚ ਫਰੈਸ਼ਰ, ਤਾਂ ਇੱਥੇ ਜਿਹੜਾ ਫਰੈਸ਼ਰ ਹੈਗਾ ਉਹਨੂੰ ਆਉਣ ਦੇ ਲਈ 26-27 ਸਾਲ ਦੀ ਉਮਰ ਹੋ ਜਾਂਦੀ ਆ, ਕਿਉਂਕਿ ਉਹਦੀ ਪ੍ਰੋਫੈਸ਼ਨ ਦੇ ਵਿੱਚ ਲੇਟ ਐਂਟਰੀ ਹੋਈ ਆ। ਇਸ ਕਰਕੇ ਲੇਟ ਐਂਟਰੀ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਇੱਕ ਅਲਾਊਂਸ ਦਿੱਤਾ ਗਿਆ ਤਾਂ ਕਿ ਉਹਦੀ ਭਰਪਾਈ ਹੋ ਸਕੇ। ਤੇ ਇਹਨੂੰ ਅਸੀਂ ਪਹਿਲਾਂ ਵੀ ਮੰਗ ਕੀਤੀ ਆ ਕਿ ਇਹਨੂੰ ਨਾਨ ਪ੍ਰੈਕਟਿਸ ਅਲਾਊਂਸ ਨਾ ਕਿਹਾ ਜਾਵੇ, ਇਹਨੂੰ ਚੇਂਜ ਕਰਕੇ ਸਪੈਸ਼ਲ ਅਲਾਊਂਸ ਵਗੈਰਾ ਦੇ ਵਿੱਚ ਕੀਤਾ ਜਾਵੇ। ਤੇ ਇਹਦੇ ਪਿੱਛੇ ਰੀਜ਼ਨ ਇਹ ਹੈਗੇ ਆ। ਡਾਕਟਰ ਸਾਹਿਬ, ਇੱਕ RFA, HRA, RA, ਮੋਬਾਈਲ ਭੱਤਾ ਤੇ ਇਹ ਸਾਰੀਆਂ ਚੀਜ਼ਾਂ ਦੀ ਜ਼ਿਕਰ ਹੋ ਰਿਹਾ 6ਵੇਂ ਪੇ ਜੀ। ਹਾਂਜੀ ਜੀ, ਦੇਖੋ ਜਿਹੜੀ ਇਸ ਵੇਲੇ ਡਾਕਟਰ ਦੀ ਡਿਮਾਂਡ ਖੜੀ ਹੋ ਰਹੀ ਆ ਵੱਡੀ, ਉਹ ਇਹ ਆ ਵੀ ਇਹਨਾਂ ਨੂੰ ਨਾਨ ਪ੍ਰੈਕਟਿਸ ਅਲਾਊਂਸ ਬੰਦ ਨਹੀਂ ਕੀਤਾ ਗਿਆ, ਉਹ ਘਟਾਇਆ ਗਿਆ, 25 ਤੋਂ 20 ਕਰ ਦਿੱਤਾ ਗਿਆ। ਲੇਕਿਨ ਮਾਮਲਾ ਇੰਨਾ ਕਿ ਨਹੀਂ ਹੈ। ਇਹਨੂੰ ਏਦਾਂ ਲੈ ਲਈਏ ਵੀ ਇਹ ਇਕੱਲਾ ਮੀਡੀਆ ਦੀ ਹਾਈਲਾਈਟਸ ਇਹ ਬਣਿਆ ਜਾਂ ਇੰਸਟੈਂਟ ਜਿਹੜਾ ਮੁੱਦਾ ਹੈਗਾ ਇਹ ਬਣਿਆ, ਲੇਕਿਨ ਸਿਰਫ ਇੰਨੀ ਕੁ ਗੱਲ ਨਹੀਂ ਹੈ। ਇਸ ਤੋਂ ਬਿਨਾਂ ਜੇ ਅਸੀਂ ਦੇਖੀਏ ਤਾਂ ਸਾਨੂੰ ਰੈਂਟ ਫ੍ਰੀ ਅਕੋਮੋਡੇਸ਼ਨ ਇੱਕ ਮਿਲਦੀ ਸੀ। ਅਸੀਂ ਜਿਸ ਥਾਂ ਦੇ ਉੱਪਰ ਰਹਿਣਾ, ਜਿਸ ਥਾਂ ਦੇ ਉੱਪਰ ਅਸੀਂ ਸਰਵਿਸ ਕਰ ਰਹੇ ਹਾਂ, ਉੱਥੇ ਅਸੀਂ ਲੋਕਾਂ ਨੂੰ ਅਨਇੰਟਰਪਟਡ ਸਰਵਿਸਿਜ਼ ਦੇ ਸਕੀਏ ਤੇ ਉਹਦੇ ਵੱਲੇ ਸਾਨੂੰ ਰੈਂਟ ਫ੍ਰੀ ਅਕੋਮੋਡੇਸ਼ਨ ਮਿਲਦੀ ਸੀ, ਜਿਹੜੀ ਕਿ 5% ਸੀ, ਉਹ ਘਟਾ ਦਿੱਤੀ ਗਈ ਆ। ਉਸ ਤੋਂ ਬਿਨਾਂ ਅਸੀਂ ਜਿਨ੍ਹਾਂ ਦੀ ਪਿੰਡਾਂ ਦੇ ਵਿੱਚ ਜੌਬ ਹੈਗੀ ਆ ਉਹਨਾਂ ਨੂੰ 6% ਰੂਰਲ ਏਰੀਆ ਅਲਾਊਂਸ ਮਿਲਦਾ ਸੀ, ਉਹਨਾਂ ਨੇ 6 ਤੋਂ ਘਟਾ ਕੇ 5 ਕਰ ਦਿੱਤਾ ਗਿਆ। ਇਸ ਤਰੀਕੇ ਨਾਲ ਕਈ ਕੁਛ ਹੈ ਜਿਹੜਾ ਕੱਟਿਆ ਗਿਆ, ਲੇਕਿਨ ਇੱਥੇ ਮੁੱਦਾ ਕੱਲਾ NPA ਜਿਹੜਾ ਉਭਾਰਿਆ ਜਾ ਰਿਹਾ, ਲੇਕਿਨ ਮਾਮਲਾ ਕੱਲਾ NPA ਦਾ ਨਹੀਂ ਹੈ, ਉਹਦੇ ਨਾਲ
ਕਾਫੀ ਸਾਰੇ ਅਲਾਉਂਸਸ ਨੇ ਜਿਹੜੀਆਂ ਕੱਟੇ ਗਏ ਨੇ। ਇਸ ਕਰਕੇ ਜਿਹੜਾ ਸਾਨੂੰ ਡਾਕਟਰਸ ਵਰਗ ਹੈਗਾ ਸਾਰਿਆਂ ਨੂੰ ਬੜਾ ਲੈਟ ਡਾਊਨ ਜਿਹਾ ਲੱਗ ਰਿਹਾ ਕਿ ਸਾਡੇ ਨਾਲ ਧੋਖਾ ਹੋਇਆ। ਸਾਨੂੰ ਉਮੀਦ ਸੀ ਕਿ ਆਉਣ ਵਾਲੀ ਸਰਕਾਰ ਸਾਡੀਆਂ ਦਿੱਕਤਾਂ ਦਾ ਧਿਆਨ ਰੱਖਦੇ ਹੋਏ ਸਾਨੂੰ ਅਲਾਉਂਸਸ ਸਾਡੇ ਵਧਾਏਗੀ। ਈਵਨ ਸਾਡੀ ਡਿਮਾਂਡ ਇਹ ਚੱਲ ਰਹੀ ਸੀ ਪਿਛਲੇ ਦਿਨਾਂ ਤੋਂ ਕਿ ਅਸੀਂ ਖੜਕਾ ਕਰੀ ਜਾਓ, ਬੰਦ ਹੀ ਕਰ ਦੋ। ਈਵਨ ਪਿਛਲੇ ਦਿਨਾਂ ਤੋਂ ਸਾਡੀ ਡਿਮਾਂਡ ਇਹ ਚੱਲ ਰਹੀ ਸੀ ਕਿ ਇਹ ਜਿਹੜਾ ਅਲਾਉਂਸ ਹੈਗਾ ਸਾਡਾ 25% ਤੋਂ ਵਧਾ ਕੇ 33% ਕੀਤਾ ਜਾਵੇ। ਲੇਕਿਨ ਸਰਕਾਰ ਨੇ ਕੀ ਕੀਤਾ, 25 ਤੋਂ ਉਹਨੂੰ 20 ਤੇ ਲੈ ਗਏ। ਜੇ ਮੈਂ ਘਟਾਤਾ, ਹਾਂ, ਈਵਨ ਵਧਾਣਾ ਤਾਂ ਕੀ ਸੀਗਾ ਤੇ ਘਟਾ ਦਿੱਤਾ ਗਿਆ। ਇਹਦੇ ਪਿੱਛੇ ਮੈਨੂੰ ਇੱਕ ਸਾਜ਼ਿਸ਼ ਵੀ ਮਹਿਸੂਸ ਹੁੰਦੀ ਆ ਕਿ ਦੇਖੋ ਅੱਜ ਕੱਲ੍ਹ ਹਾਲਾਤ ਇਹ ਨੇ। ਪਹਿਲਾਂ ਅਸੀਂ ਮੰਗ ਕਰਦੇ ਸੀਗੇ ਜਿਹੜੀਆਂ ਓਵਰਆਲ ਜੇ ਅਸੀਂ ਵਰਲਡ ਦੇ ਵਿੱਚ ਗੱਲ ਕਰੀਏ, ਪਹਿਲਾਂ ਮੰਗ ਇਹ ਹੁੰਦੀ ਸੀਗੀ ਵੀ ਜਿਹੜੀਆਂ ਸਾਡੀਆਂ ਜੌਬਸ ਹੈਗੀਆਂ ਨੇ ਇਹਨਾਂ ਨੂੰ ਸਾਜ਼ਗਾਰ ਕੀਤਾ ਜਾਵੇ। ਇਹਦੇ ਵਿੱਚ ਕਿਉਂਕਿ ਬੰਦਾ ਸਿਰਫ ਜੌਬ ਕਰਨ ਲਈ ਨਹੀਂ ਪੈਦਾ ਹੁੰਦਾ, ਉਹਨੇ ਜਿਉਣਾ, ਸਰਵ ਵੀ ਕਰਨਾ। ਲੇਕਿਨ ਉਹਦਾ ਸਾਰੇ ਦਾ ਸਾਰਾ ਸਮਾਂ ਸਿਰਫ ਰੋਜ਼ੀ ਅਤੇ ਰੋਟੀ ਕਮਾਉਣ ਦੇ ਵਿੱਚ ਲੱਗ ਜਾਂਦਾ ਸੀ। ਓਵਰਆਲ ਇੱਕ ਸਮਾਜਵਾਦੀ ਹਲਕਿਆਂ 'ਚ ਇਹ ਗੱਲ ਹੁੰਦੀ ਸੀ ਕਿ 6 ਘੰਟੇ ਦੀ ਜੌਬ ਤੋਂ ਘਟਾ ਕੇ ਇਹਨੂੰ ਹੋਰ ਘਟਾਇਆ ਜਾਵੇ, ਕਿਉਂਕਿ ਸਾਡੇ ਕੋਲੇ ਵਰਕ ਫੋਰਸ ਬਹੁਤ ਸਾਰੀ ਬੇਰੁਜ਼ਗਾਰ ਜਿਹੜੀ ਫਿਰਦੀ ਹੈਗੀ ਆ, ਉਹਨਾਂ ਨੂੰ ਵੀ ਕੰਮ ਤੇ ਲਗਾਇਆ ਜਾਵੇ। ਲੇਕਿਨ ਹੋਇਆ ਉਲਟ ਹੈਗਾ। ਬਜਾਏ ਇਸ ਦੇ ਵੀ ਉਹ ਕੁਛ ਅਸੀਂ ਮੰਗਦੇ ਤੇ ਅਸੀਂ ਬੈਕਫੁੱਟ ਤੇ ਆ ਗਏ। 33% ਅਸੀਂ ਕੀ ਮੰਗਣਾ ਸੀ, ਸਾਨੂੰ 25% ਨੂੰ ਬਚਾਉਣਾ ਮੁਸ਼ਕਲ ਹੋ ਗਿਆ। ਤੇ ਇਦਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਚੱਲ ਰਹੀਆਂ ਨੇ ਤੇ ਅਲਟੀਮੇਟਲੀ ਅਸੀਂ ਜਿਹੜੇ ਹੈਗੇ ਨੇ ਉਹ ਲੈਟ ਡਾਊਨ ਮਹਿਸੂਸ ਕਰ ਰਹੇ ਹਾਂ। ਲੱਗਦਾ ਕੀ ਹੈ ਜੀ ਇਹ ਹੋ ਕਿਉਂ ਰਿਹਾ, ਜਿਹੜੇ ਤਨਖਾਹਾਂ ਵਧਣ ਜਾਂ ਘਟ ਰਹੀਆਂ ਨੇ, ਕੀ ਇਹਦੇ ਪਿੱਛੇ ਕੀ ਸ਼ਰਾਰਤ ਹੈ ਕੋਈ, ਜਾਂ ਕੋਈ ਪੂੰਜੀਵਾਦੀ ਸਿਸਟਮ ਦੀਆਂ ਤੁਹਾਨੂੰ ਹਦਾਇਤਾਂ ਲੱਗਦੀਆਂ ਨੇ, ਜਾਂ ਕੀ ਕਾਰਨ ਲੱਗਦਾ? ਦੇਖੋ ਜੀ, ਗੱਲ ਤਾਂ ਇਹ ਹੈਗਾ ਵੀ ਜੋ ਕੁਝ ਵਰਲਡ ਲੈਵਲ ਤੇ ਹੋ ਰਿਹਾ, ਸਮਾਜਵਾਦੀ ਪ੍ਰਬੰਧ, ਲੋਕਤੰਤਰੀ ਪ੍ਰਬੰਧ ਲਗਭਗ ਖਤਮ ਕੀਤਾ ਜਾ ਰਿਹਾ। ਸਮਾਜਦਾਰੀ ਪ੍ਰਬੰਧ ਦੇ ਤਹਿਤ ਕੀ ਹੈ ਕਿ ਸਭ ਕੁਝ ਪ੍ਰਾਈਵੇਟ ਹੋਏਗਾ। ਪ੍ਰਾਈਵੇਟ ਦਾ ਮਤਲਬ ਹੈਗਾ ਕੰਪਨੀਆਂ ਹੋਣਗੀਆਂ, ਕੰਪਨੀਆਂ ਹੀ ਹਸਪਤਾਲ ਚਲਾਉਣਗੀਆਂ। ਸਕੂਲਾਂ ਦੇ ਲਈ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਸ਼ੁਰੂਆਤ ਕਰ ਲਈ ਵੀ ਗਈ ਆ। ਹੈਲਥ ਦੇ ਵਿੱਚ ਵੀ ਕੀ ਹੋਇਆ ਸੀ ਕਿ ਇਹਨਾਂ ਨੇ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਸੀਗਾ ਉਹਦੇ ਬਾਰੇ ਇੱਕ ਵਾਰੀ ਟੈਂਡਰ ਕੱਢਿਆ ਸੀ ਕਿ NGOs ਉਹਨਾਂ ਨੂੰ ਟੇਕ ਓਵਰ ਕਰ ਸਕਦੀਆਂ ਨੇ। NGOs ਦਾ ਟੇਕ ਓਵਰ ਕਰਨ ਦਾ ਮਤਲਬ ਕੀ ਆ, ਜੇ ਉਹ ਚੀਜ਼ ਸਰਕਾਰ ਤੋਂ ਨਹੀਂ ਚੱਲ ਰਹੀ ਤੇ NGO ਕਿੱਦਾਂ ਚਲਾਏਗੀ? ਦੂਜਾ, ਜੇਕਰ ਪੈਸੇ ਸਰਕਾਰ ਦੇ ਹੀ ਲੱਗਣੇ ਨੇ ਤੇ ਉਹਨਾਂ ਨੇ ਉਹ ਪੈਸੇ NGO ਨੂੰ ਦੇਣੇ ਨੇ ਤੇ ਦੈਨ ਵਾਈ ਨਾਟ NGO ਨੂੰ ਕਿਉਂ ਦੇਣੇ ਆ? ਉਹ ਖੁਦ ਕਿਉਂ ਨਹੀਂ ਚਲਾ ਸਕਦੇ? ਲੋਕਾਂ ਦੀ ਪਾਰਟਿਸਿਪੇਸ਼ਨ, ਜਿਹੜੇ ਉਸ ਤੋਂ ਬਿਨਾਂ ਉਹਦੇ ਹਿਤੈਸ਼ੀ ਲੋਕ ਨੇ, ਉਹਨਾਂ ਦੀ ਪਾਰਟਿਸਿਪੇਸ਼ਨ ਕਿਉਂ ਨਹੀਂ ਕਰ ਲਈ ਜਾਂਦੀ? ਅਗਲੀ ਗੱਲ, ਇਹ ਜਿਹੜਾ ਸਭ ਕੁਝ ਹੋ ਰਿਹਾ, ਮੈਂ ਬਿਲਕੁਲ ਮੰਨਦਾ ਕਿ ਇੱਕ ਏਜੰਡੇ ਦੇ ਤਹਿਤ ਹੋ ਰਿਹਾ। ਫਿਰ ਇਹਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਹੋ ਏਜੰਡੇ ਤਹਿਤ ਹੋ ਰਿਹਾ, ਫਿਰ ਕੈਪਟਨ ਸਰਕਾਰ ਦਾ ਕੋਈ ਰੋਲ ਆਉਂਦਾ ਵਿੱਚੇ ਤੇ? ਦੇਖੋ, ਜੇ ਅਸੀਂ ਕਹੀਏ ਕਿ ਉਹ ਤਾਂ ਮਜਬੂਰ ਨੇ ਨਾ, ਫਿਰ ਉਹਨਾਂ ਨੂੰ ਤਾਂ ਲਾਗੂ ਕਰਨੀਆਂ ਪੈਣਗੀਆਂ। ਜੇ ਸੈਂਟਰ ਦੀਆਂ ਪਾਲਿਸੀਆਂ ਨੇ ਤਾਂ ਉਹ ਲਾਗੂ ਕਰਨੀਆਂ ਪੈਣਗੀਆਂ ਉਹਨਾਂ ਨੂੰ। ਦੇਖੋ, ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਆ, ਉਹਨਾਂ ਦੀ ਜੇ ਮੈਂ ਸਿਚੁਏਸ਼ਨ ਨੂੰ ਦੱਸਾਂ ਤਾਂ ਇਹ ਹੈ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਰਾਜ ਦੇ ਵਿੱਚ ਚੱਲ ਕੀ ਰਿਹਾ। ਮੋਰ ਓਵਰ ਉਹ ਤਾਂ ਸ਼ਾਇਦ ਆਪਣੇ ਸ਼ਾਹੀ ਮਹਿਲ ਦੇ ਵਿੱਚ ਬੈਠੇ ਆ, ਜਾਂ ਉਹ ਐਦਾਂ ਲੈ ਲਈਏ ਵੀ ਉਹ ਰੂਸਾ ਆਲਮ ਦੇ ਜਿਵੇਂ ਅਸੀਂ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਦੇਖਦੇ ਆ ਕਿ ਉਹ ਉਸੇ ਆਪਣੇ ਐਵੋਰੀ ਟਾਵਰ ਦੇ ਵਿੱਚ ਬੈਠੇ ਆ, ਉਹ ਸ਼ਿਮਲਾ ਦੀਆਂ, ਮਨਾਲੀ ਦੀਆਂ ਵਾਦੀਆਂ ਦੇ ਵਿੱਚ ਬੈਠੇ ਆ, ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਗਰਾਊਂਡ ਦੀਆਂ ਪ੍ਰੋਬਲਮਸ ਕੀ ਨੇ, ਗਰਾਊਂਡ ਦੇ ਉੱਪਰ ਰਿਕੁਆਇਰਮੈਂਟਸ ਕੀ ਆ। ਕਿਉਂਕਿ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਪੰਜਾਬ ਨੂੰ ਲੀਡ ਕਰ ਰਹੇ ਆ ਕਿ ਗਰਾਊਂਡ ਦੇ ਨਾਲ ਅਟੈਚਡ ਰਹਿੰਦੇ, ਲੋਕਾਂ ਦੇ ਨਾਲ ਅਟੈਚਡ ਰਹਿੰਦੇ, ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਹੱਲ ਦੇ ਵੱਲ ਤੁਰਦੇ। ਪਰ ਉਹਨਾਂ ਦੀ ਇੱਕ ਪਾਸੇ ਤਾਂ ਇਹ ਲਾਪਰਵਾਹੀ ਹੈ, ਲੇਕਿਨ ਨਾਲ ਦੀ ਨਾਲ ਜੇ ਅਸੀਂ ਦੇਖੀਏ ਤਾਂ ਉਹਨਾਂ ਦੀ ਹੀ ਸਰਕਾਰ ਦੇ ਕੁਝ ਬੰਦੇ, ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਮਨਪ੍ਰੀਤ ਬਾਦਲ, ਇਹ ਸਾਰੇ ਕਾਸੇ ਦੇ ਪਿੱਛੇ ਜਿਹੜੀ ਸ਼ੈਤਾਨ ਆ ਉਹ ਮਨਪ੍ਰੀਤ ਬਾਦਲ ਆ। ਉਹਦਾ ਰੀਜ਼ਨ ਇਹ ਹੈ, ਅਸੀਂ ਮਨਪ੍ਰੀਤ ਬਾਦਲ ਦਾ ਪੁਰਾਣਾ ਇਤਿਹਾਸ ਵੀ ਦੇਖਿਆ। ਪਹਿਲਾਂ ਉਹ ਬਾਦਲ ਸਰਕਾਰ ਦੇ ਵਿੱਚ ਰਿਹਾ, 5 ਵਾਰੀ ਉਹ MLA ਬਣ ਚੁੱਕਿਆ, 5ਵੀਂ ਵਾਰੀ ਇਸ ਵਾਰੀ MLA ਬਣਿਆ। ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਉਸ ਵੇਲੇ ਕਿ ਐ ਹੋਣਾ ਚਾਹੀਦਾ, ਐ ਤਾਂ ਹੋਇਆ ਨਹੀਂ ਹੈਗਾ। ਲੇਕਿਨ ਉਹਨਾਂ ਨੇ ਪਹਿਲਾਂ ਜਿਹੜੀ ਉਹ ਅਕਾਲੀ ਦਲ ਦੀ ਉਹਨਾਂ ਨੇ ਬੇੜੀ ਡਬੋਈ ਆ, ਤੇ ਹੁਣ ਉਹ ਕਾਂਗਰਸ ਦੀ ਬੇੜੀ ਜਿਹੜੀ ਹੈਗੀ ਆ ਡਬੋਣ ਵੱਲੋਂ ਤੁਰੇ ਹੋਏ ਨੇ। ਤੇ ਇਹਦੇ ਪਿੱਛੇ ਜਿਹੜਾ ਸ਼ਰਾਰਤੀ ਅੰਸਰ ਹੈ ਮਨਪ੍ਰੀਤ ਬਾਦਲ ਆ, ਉਹ ਕਿਤਾਬੀ ਗੱਲਾਂ ਕਰਦੇ ਆ।
ਉਹ ਇੱਕ ਆਈਡੀਅਲ ਆਦਰਸ਼ਵਾਦ ਦੀ ਗੱਲ ਕਰਦੇ ਆ, ਜਿਹੜਾ ਕਿ ਆਦਰਸ਼ਵਾਦ ਉਹ ਖੁਦ ਵੀ ਉਹਦੇ ਤੇ ਖੜਦੇ ਨਹੀਂ ਹੈਗੇ। ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਵੀ ਕੁਝ ਲਗਭਗ ਪਿਛਲੀ ਸਰਕਾਰ ਦੇ ਵੇਲੇ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ। ਅਸੀਂ ਸਾਡਾ ਕੋਈ ਮਾਮਲਾ ਸੀ, ਅਸੀਂ ਉਹਨਾਂ ਨਾਲ ਕੋਲ ਲੈ ਕੇ ਗਏ ਸੀ, ਗੱਲਾਂ ਬਾਤਾਂ ਦੇ ਵਿੱਚ ਗੱਲ ਛਿੜੀ ਤੇ ਉਹ ਉਹਦੇ ਵਿੱਚ ਅਗਰੈਸਿਵ ਹੋ ਗਏ। ਉਹਨਾਂ ਨੇ ਇਹ ਕਿਹਾ ਕਿ ਦੇਖੋ ਜੀ ਅਸੀਂ ਤੁਹਾਨੂੰ ਜੌਬਸ ਦੇਤੀਆਂ, ਤੁਹਾਨੂੰ ਅਹਿਸਾਨਮੰਦ ਹੋਣਾ ਚਾਹੀਦਾ। ਜਦ ਕਿ ਮੈਂ ਸਮਝਦਾ ਵੀ ਅਸੀਂ ਟੈਕਨੋਕ੍ਰੇਟਸ ਹੈਗੇ ਆ, ਸਾਡੀਆਂ ਸਰਵਿਸਿਜ਼ ਅਸੀਂ ਉਹਨਾਂ ਨੂੰ ਦੇ ਰਹੇ ਆ, ਲੇਕਿਨ ਉਹ ਸਮਝਦੇ ਆ ਵੀ ਉਹ ਸਾਡੇ ਤੇ ਅਹਿਸਾਨ ਕਰ ਰਹੇ ਆ, ਜਦ ਕਿ ਅਹਿਸਾਨ ਵਾਲੀ ਗੱਲ ਨਹੀਂ। ਉਹਨਾਂ ਦਾ ਫਰਜ਼ ਆ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ, ਟੈਕਨੋਕ੍ਰੇਟਸ ਨੂੰ ਪ੍ਰੋਪਰ ਵੇ ਨਾਲ ਯੂਟਿਲਾਈਜ਼ ਕਰਨਾ ਉਹਨਾਂ ਦਾ ਫਰਜ਼ ਆ, ਲੇਕਿਨ ਉਹ ਫਰਜ਼ ਨਾ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਹੁਕਮਰਾਨ ਬਣਾ ਕੇ ਬੈਠੇ ਹੋਏ ਨੇ। ਤੇ ਇਸ ਵੇਲੇ ਵੀ ਜੇਕਰ ਪੇ ਕਮਿਸ਼ਨ ਦੇ ਵਿੱਚ ਕੁਤਾਹੀ ਵਾਲਾ ਮਾਮਲਾ, ਤਾਂ ਉਹਦੇ ਲਈ ਸਾਰੇ ਦੇ ਸਾਰਾ ਜਿਹੜਾ ਜ਼ਿੰਮੇਵਾਰ ਹੈਗਾ ਉਹ ਮਨਪ੍ਰੀਤ ਬਾਦਲ ਜੀ ਨੇ। ਮਨਪ੍ਰੀਤ ਬਾਦਲ ਦੇ ਉੱਪਰ ਉਹ ਕਹਿੰਦੇ ਆ, ਅਸੀਂ ਪਹਿਲਾਂ ਵੀ ਸੁਣਦੇ ਸੀ ਕਿ ਸਾਡੇ ਕੋਲੇ ਸਾਨੂੰ ਦੇਖਣਾ ਚਾਹੀਦਾ ਵੀ ਸਾਡੀ ਜੇਬ ਦੇ ਵਿੱਚ ਪੈਸੇ ਕਿੰਨੇ ਆ, ਉਹਦੇ ਹਿਸਾਬ ਨਾਲ ਸਾਨੂੰ ਆਪਣੇ ਖਰਚੇ ਨਿਰਧਾਰਿਤ ਕਰਨੇ ਚਾਹੀਦੇ ਨੇ। ਦੇਖੋ ਅਸੀਂ ਮੰਨਦੇ ਆ ਇਦਾਂ ਦਾ ਹੋਣਾ ਚਾਹੀਦਾ, ਪਰ ਕਦੇ ਹੋਇਆ ਇਦਾਂ? ਹਮੇਸ਼ਾ ਸਰਕਾਰ ਘਾਟੇ ਦਾ ਬਜਟ ਲੈ ਕੇ ਆਉਂਦੀ ਆ। ਘਾਟੇ ਦੇ ਬਜਟ ਦੇ ਤਹਿਤ ਜਦੋਂ ਘਾਟੇ ਦਾ ਬਜਟ ਹੈਗੀ ਆ ਉਹਨੂੰ ਲੈ ਕੇ ਉਹ ਸਕੀਮਾਂ ਸੋਚਦੀ ਆ ਤੇ ਘਾਟਾ ਪੂਰਾ ਕਰਨ ਦੇ ਲਈ ਅੱਗੇ ਪਾਲਿਸੀ ਕੁਝ ਟੈਕਸ ਜਿਹੜੀ ਲਾਉਂਦੀ ਆ। ਲੇਕਿਨ ਇੱਥੇ ਇਹ ਕਹਿੰਦੇ ਨੇ ਪਹਿਲਾਂ ਪੈਸੇ ਲੈ ਕੇ ਆਓ ਫਿਰ ਆਪਾਂ ਉਧਰ ਨੂੰ ਤੁਰਾਂਗੇ। ਦੇਖੋ ਤੁਹਾਡੀ ਗੱਲ ਤਾਂ ਸਾਨੂੰ ਸਹੀ ਲੱਗਦੀ ਆ, ਪਰ ਕੀ ਆਪਾਂ ਇਸ ਰਸਤੇ ਤੁਰੇ ਆ? ਤੁਹਾਨੂੰ ਹਮੇਸ਼ਾ ਜਿਹੜੇ ਰੜਕਦੇ ਆ ਉਹ ਮੁਲਾਜ਼ਮ ਰੜਕਦੇ ਆ ਕਿ ਮੁਲਾਜ਼ਮਾਂ ਦੀਆਂ ਜੇਬਾਂ 'ਚੋਂ ਜਿਹੜੇ ਪੈਸੇ ਹੈਗੇ ਨੇ, ਮੁਲਾਜ਼ਮ ਜਿਹੜੇ ਤਨਖਾਹ ਲੈ ਰਹੇ ਨੇ, ਇਹ ਵੱਡੀ ਚੀਜ਼ ਹੈਗੀ ਆ, ਇਹਨੂੰ ਘਟਾ ਲਓ। ਲੇਕਿਨ ਦੂਸਰੇ ਪਾਸੇ ਜੇ ਅਸੀਂ ਦੇਖੀਏ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਇਹਨਾਂ ਨੇ ਆਪਣੇ ਜਿਹੜੇ ਐਮਐਲਏ ਸੀਗੇ ਆ ਉਹਨਾਂ ਦੇ ਅਮੋਲਮੈਂਟਸ ਜਿਹੜੇ ਸੀ ਉਹ ਵਧਾਏ। ਉੱਥੇ ਮਨਪ੍ਰੀਤ ਬਾਦਲ ਜੀ ਦੱਸਿਆ ਵੀ ਮਨਪ੍ਰੀਤ ਬਾਦਲ 5 ਵਾਰ ਐਮਐਲਏ ਬਣ ਚੁੱਕੇ ਆ ਤੇ ਇਹਦਾ ਮਤਲਬ 5 ਪੈਨਸ਼ਨਾਂ ਵੀ ਉਹਨਾਂ ਨੂੰ ਮਿਲਦੀਆਂ ਹੋਣਗੀਆਂ। ਤੇ ਦੂਸਰੇ ਪਾਸੇ 2004 ਦੇ ਤੋਂ ਲੈ ਕੇ ਜਿਹੜੀ ਨਿਊ ਪੈਨਸ਼ਨ ਸਕੀਮ ਲਾਗੂ ਹੋਈ ਹੈ ਤੇ ਮੁਲਾਜ਼ਮਾਂ ਨੂੰ ਪੈਨਸ਼ਨ ਬੰਦ ਕੀਤੀ ਗਈ ਹੈ। ਇਹ ਜਿਹੜਾ ਕੰਜੂਸੀ ਕਰਨ ਦਾ ਫਾਰਮੂਲਾ ਮਨਪ੍ਰੀਤ ਬਾਦਲ ਲੈ ਕੇ ਆਏ ਆ, ਇਹ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਆਪਦੇ ਐਮਐਲਏ ਐਮਪੀਜ਼ ਦੇ ਲਈ ਵੀ ਕਿਤੇ ਲਾਗੂ ਕੀਤਾ ਜਾਂ ਸਿਰਫ ਤੇ ਸਿਰਫ ਮੁਲਾਜ਼ਮਾਂ ਤੇ ਹੀ ਹੈ? ਦੇਖੋ ਇਹਨਾਂ ਦੀ ਜਿਹੜੀ ਗਾਜ ਹੈਗੀ ਆ ਉਹ ਮੁਲਾਜ਼ਮ ਵੱਲੋਂ ਗਿਰਦੀ ਆ। ਇਹਨਾਂ ਨੂੰ ਲੱਗਦਾ ਵੀ ਅਸੀਂ ਹੁਕਮਰਾਨ ਆ, ਅਸੀਂ ਕੁਝ ਵੀ ਕਰ ਲਈਏ। ਲੇਕਿਨ ਜਿੱਥੋਂ ਤੱਕ ਲੌਜਿਕ ਵਾਲੀ ਗੱਲ ਹੈਗੀ ਆ, ਲੌਜਿਕ ਜੇ ਇੱਥੇ ਲਾਗੂ ਹੁੰਦਾ ਉੱਥੇ ਲਾਗੂ ਕਿਉਂ ਨਹੀਂ ਹੁੰਦਾ? ਇਹ ਤਾਂ ਹੁਣ ਇਹ ਦੱਸ ਸਕਦੇ ਨੇ ਵੀ ਮੁਲਾਜ਼ਮਾਂ ਦੇ ਤਾਂ ਪੈਸੇ ਇਹਨਾਂ ਨੇ ਘਟਾ ਲਏ, ਕੀ ਆਪਣੀਆਂ ਪੈਨਸ਼ਨਾਂ ਜਿਹੜੀਆਂ 5 ਵਾਰੀ ਲੈ ਰਹੇ ਨੇ, ਇਹਨਾਂ ਦੇ ਅੱਗੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਜੀ ਲੈ ਰਹੇ ਨੇ, ਇਹਨਾਂ ਦੇ ਮੁੱਖ ਮੰਤਰੀ ਸਾਹਿਬ ਜਿਹੜੀਆਂ ਪੈਨਸ਼ਨਾਂ ਲੈ ਰਹੇ ਨੇ, ਕੀ ਉਹ ਕੱਟੀਆਂ ਗਈਆਂ ਕਿ ਨਹੀਂ ਕੱਟੀਆਂ ਗਈਆਂ? ਪੇ ਕਮਿਸ਼ਨ ਦਾ ਤਾਂ ਸ਼ਾਇਦ ਜਾਂ ਉਹਨਾਂ ਦੇ ਜਿਹੜੇ ਰੂਲਸ ਹੈਗੇ ਨੇ ਉਹਨਾਂ ਦਾ ਉਹ ਵੀ ਪਾਰਟ ਹੁੰਦਾ ਹੋਏਗਾ। ਲੇਕਿਨ ਕੀ ਕੀਤਾ ਗਿਆ? ਉਹਨਾਂ ਨੇ ਉਹ ਸਭ ਕੁਝ ਜਾਰੀ ਰੱਖਿਆ, ਲੇਕਿਨ ਮੁਲਾਜ਼ਮਾਂ ਦੇ ਉੱਪਰ ਕੱਟ ਲਾਤਾ। ਉਹ ਪੇ ਕਮਿਸ਼ਨ ਦੇ ਦਾਇਰੇ 'ਚ ਨਹੀਂ ਆਉਂਦੇ ਹੈ। ਪੇ ਕਮਿਸ਼ਨ ਦੇ ਦਾਇਰੇ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹ ਆਉਂਦੇ ਨੇ, ਉਹ ਸ਼ਾਇਦ ਜਿਹੜਾ ਹੈਗਾ ਐਮਐਲਏ ਮੈਨੂੰ ਨਹੀਂ ਲੱਗਦਾ ਕਿ ਉਹ ਉਹਦੇ ਦਾਇਰੇ ਦੇ ਵਿੱਚ ਆਉਂਦੇ ਹੋਣਗੇ ਜੀ। ਠੀਕ ਹੈ ਜੀ, ਅੱਗੇ ਫਿਰ ਕੀ ਪਲਾਨ ਹੈ ਜੀ? ਅੱਗੇ ਕੀ ਮੰਗ ਹੈ, ਹੱਲ ਕੀ ਨਿਕਲੇਗਾ? ਤੁਹਾਨੂੰ ਕੀ ਲੱਗਦਾ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਤੁਸੀਂ ਸੰਘਰਸ਼ ਵਿੱਢਿਆ ਹੋਇਆ, ਹੱਲ ਕੀ ਨਿਕਲੇਗਾ? ਦੇਖੋ ਸਰਕਾਰ ਨੇ ਗੱਲ ਨੂੰ ਸੁਣਿਆ, ਮੀਡੀਆ ਨੇ ਇਸ ਨੂੰ ਪ੍ਰਾਇੋਰਟੀ ਦਾ ਇਸ਼ੂ ਬਣਾਇਆ। ਪ੍ਰਾਇੋਰਟੀ ਦਾ ਇਸ਼ੂ ਬਣਾਇਆ ਇਹਦਾ ਮਤਲਬ ਹੈਗਾ ਲੋਕਾਂ ਨੂੰ ਵੀ ਲੱਗਦਾ ਵੀ ਧੱਕਾ ਹੋਇਆ। ਇੱਕ ਤਰੀਕੇ ਨਾਲ ਜੇ ਅਸੀਂ ਦੇਖੀਏ ਕਿ ਪਬਲਿਕ ਓਪੀਨੀਅਨ ਜਿਹੜੀ ਹੈਗੀ ਆ ਉਹ ਡਾਕਟਰਾਂ ਦੇ ਹੱਕ ਦੇ ਵਿੱਚ ਗਈ ਆ ਵੀ ਦੇਖੋ ਜੀ ਸਾਡੇ ਡਾਕਟਰ ਜਿਨ੍ਹਾਂ ਨੂੰ ਅਸੀਂ ਰੱਬ ਦਾ ਰੂਪ ਮੰਨਦੇ ਸੀ ਉਹ ਅੱਜ ਸੜਕਾਂ ਤੇ ਬੈਠੇ ਆ। ਪਬਲਿਕ ਓਪੀਨੀਅਨ ਅਲਟਰ ਹੋਈ ਆ। ਜਦੋਂ ਪਬਲਿਕ ਓਪੀਨੀਅਨ ਅਲਟਰ ਹੁੰਦੀ ਆ ਤੇ ਫਿਰ ਸਰਕਾਰਾਂ ਵੀ ਡਰਦੀਆਂ ਨੇ ਤੇ ਸਿਸਟਮ ਵੀ ਡਰਦਾ। ਜਦੋਂ ਪਬਲਿਕ ਓਪੀਨੀਅਨ ਅਲਟਰ ਹੋਈ ਆ ਇਹ ਸਾਰਾ ਕੁਝ ਸ਼ਾਇਦ ਉਹ ਸਾਡੇ ਕੋਲੋਂ ਨਾ ਡਰਦੇ ਹੋਣ, ਪਬਲਿਕ ਓਪੀਨੀਅਨ ਕੋਲੋਂ ਡਰਦੇ ਆ ਤੇ ਲੋਕਾਂ ਕੋਲੋਂ ਡਰਦੇ ਆ ਕਿ ਹਾਂ ਇਹਦੇ ਨਾਲ ਸਾਨੂੰ ਘਾਟਾ ਪਏਗਾ। ਤੇ ਇਹਨਾਂ ਸਾਰੇ ਕੁਝ ਨੂੰ ਦੇਖਦੇ ਹੋਏ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਆਫੀਸਰ ਲੈਵਲ ਦੀ ਕਮੇਟੀ ਬਣਾਈ ਗਈ ਆ ਉਹਨਾਂ ਨੇ ਵੀ ਸਾਨੂੰ ਸੁਣਿਆ। ਉਸ ਤੋਂ ਬਿਨਾਂ ਪਿਛਲੇ ਦਿਨਾਂ ਦੇ ਵਿੱਚ ਹੈਲਥ ਮਿਨਿਸਟਰ ਜੀ ਨੇ ਸਾਨੂੰ ਭਰੋਸਾ ਦਿੱਤਾ ਕਿ ਤੁਹਾਡੀ ਜਿਹੜੀ ਮੰਗ ਹੈਗੀ ਆ ਉਹ ਜਾਇਜ਼ ਹੈਗੀ ਆ, ਅਸੀਂ ਇਹਦੇ ਬਾਰੇ 'ਚ ਕੁਝ ਨਾ ਕੁਝ ਜ਼ਰੂਰ ਕਰਾਂਗੇ, ਤੁਸੀਂ ਪ੍ਰੋਟੈਸਟ ਨੂੰ ਹਲੇ ਵਾਪਸ ਕਰ ਲਓ। 6 ਤਰੀਕ ਤੱਕ ਦਾ ਉਹਨਾਂ ਨੇ ਟਾਈਮ ਦਿੱਤਾ ਹੋਇਆ ਸੀ ਤੇ ਉਸ ਤੋਂ ਲੱਗਦਾ ਵੀ ਸ਼ਾਇਦ ਜਿਹੜਾ ਸਾਡਾ ਮਸਲਾ ਸੀਗਾ ਉਹ ਹੱਲ ਹੋ ਜਾਏਗਾ। ਪਰ ਐਨਪੀਏ ਦੀ ਗੱਲ ਹੈ ਇਕੱਲੀ, ਜਿਹੜੇ ਬਾਕੀ ਅਲਾਉਂਸੇਸ ਨੇ ਉਹਨਾਂ ਦੇ ਬਾਰੇ 'ਚ ਹਲੇ ਤੱਕ ਕੋਈ ਗੱਲ ਨਹੀਂ ਹੋ ਰਹੀ। ਦੂਜਾ ਤੁਹਾਨੂੰ ਦੱਸਾਂ ਜਿਹੜਾ ਰੈਂਟ ਫ੍ਰੀ ਅਕੋਮੋਡੇਸ਼ਨ ਦੀ ਗੱਲ ਆ
ਉਹ ਕੱਲੀ ਸਾਡੀ ਕੱਲੇ ਡਾਕਟਰਾਂ ਦਾ ਮਾਮਲਾ ਨਹੀਂ ਹੈ, ਉਸ ਦੇ ਵਿੱਚ ਕੁਝ ਪ੍ਰਿੰਸੀਪਲਸ ਵੀ ਆਉਂਦੇ ਨੇ, ਪੁਲਿਸ ਮਹਿਕਮਾ ਆਉਂਦਾ, ਕੁਛ ਇੱਕ ਗਿਣੇ ਚੁਣੇ ਜਿਹੜੇ ਉੱਪਰਲੇ ਲੈਵਲ ਦੇ ਆਫੀਸਰ ਨੇ, ਉਹਨਾਂ ਨੂੰ ਰੈਂਟ ਫ੍ਰੀ ਅਕਮੋਡੇਸ਼ਨ ਮਿਲਦੀ ਆ, ਤੇ ਉਹ ਮਸਲਾ ਖੜਾ ਰਹੇਗਾ। ਉਹ ਸ਼ਾਇਦ ਡਾਕਟਰਸ ਦੇ ਪੱਧਰ ਤੇ ਇਕੱਲਾ ਹੱਲ ਨਾ ਹੋਵੇ, ਉਹਦੇ ਲਈ ਜਿਹੜਾ ਕਿ ਮੁਲਾਜ਼ਮ ਫਰੰਟ ਲੱਗਿਆ ਹੋਇਆ, ਉਸ ਤੋਂ ਬਿਨਾਂ ਹੋਰ ਕੁਝ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਉਹ ਅੱਗੇ ਚੱਲਦਾ ਰਹੇਗਾ। ਪਰ ਮੈਨੂੰ ਭਰੋਸਾ ਸਰਕਾਰ ਦੀਆਂ ਜਿਹੜੇ ਲੇਟੈਸਟ ਕਿਰਿਆਕਰਮ ਚੱਲ ਰਹੇ ਨੇ ਵੀ ਡਾਕਟਰ ਸਾਹਿਬ ਓਵਰਆਲ ਤੁਸੀਂ ਇਸ ਸੰਘਰਸ਼ ਦੇ ਵਿੱਚ ਜਿਹੜੇ ਜੁੜੇ ਹੋਏ ਡਾਕਟਰਸ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਰਮ ਜੀ ਇਦਾਂ ਹੈ, ਮੇਰਾ ਜਿਹੜਾ ਸੁਨੇਹਾ ਹੈ ਉਹ ਡਾਕਟਰਸ ਦੇ ਲਈ ਵੀ ਹੈ, ਤੇ ਉਸ ਤੋਂ ਬਿਨਾਂ ਜਿਹੜੇ ਬਾਕੀ ਸਾਡੇ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ ਜਾਂ ਪਬਲਿਕ ਸੇਵਾਵਾਂ ਨਾਲ ਜੁੜੇ ਹੋਏ ਜਿਹੜੇ ਅਦਾਰੇ ਨੇ, ਉਹਨਾਂ ਸਾਰਿਆਂ ਲਈ ਸੁਨੇਹਾ ਮੇਰਾ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਸਾਨੂੰ ਹਾਇਰ ਕੀਤਾ ਗਿਆ ਸਰਕਾਰ ਵੱਲੋਂ, ਤੇ ਉਹਦੇ ਲਈ ਸਾਨੂੰ ਮਾਣ ਭੱਤਾ ਜਿਹੜਾ ਹੈਗਾ ਦਿੱਤਾ ਜਾਂਦਾ, ਲੇਕਿਨ ਉਹਨੂੰ ਹਾਇਰ ਕਰਨ ਦੇ ਪਿੱਛੇ ਜਿਹੜਾ ਮੇਨ ਮਨੋਰਥ ਹੈ ਉਹ ਇਹ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰੋਪਰ ਵੇ ਨਾਲ ਸੇਵਾਵਾਂ ਦਿੱਤੀਆਂ ਜਾ ਸਕਣ। ਸਾਡਾ ਪਸ਼ੂ ਪਾਲਣ ਵਿਭਾਗ ਦਾ ਕੰਮ ਆ, ਅਸੀਂ ਗਰੀਬ ਲੋਕਾਂ ਨੂੰ ਖਾਸ ਕਰਕੇ ਸੇਵਾ ਦੇਣੀ ਆ, ਉਹਨਾਂ ਦੀ ਪਸ਼ੂ ਅਪਗ੍ਰੇਡ ਵੀ ਹੋਣ ਤੇ ਉਹ ਆਪਣੇ ਕਿੱਤੇ ਦੇ ਵਿੱਚ ਤਰੱਕੀ ਵੀ ਕਰਨ। ਉਸ ਤੋਂ ਬਿਨਾਂ ਹੈਲਥ ਦਾ ਹੈ, ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨੀਆਂ ਨੇ, ਲੋਕਾਂ ਦੀਆਂ ਬਿਮਾਰੀਆਂ ਠੀਕ ਹੀ ਨਹੀਂ ਕਰਨੀਆਂ ਕਿ ਉਹ ਬਿਮਾਰ ਨਾ ਹੋਣ, ਉਹਦੇ ਬਾਰੇ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਮਾਰਗਦਰਸ਼ਨ ਕਰਨਾ ਸਾਡਾ ਇਹ ਕੰਮ ਆ। ਲੇਕਿਨ ਬੜੀ ਵਾਰੀ ਹਾਲ ਇਹ ਵੀ ਆ ਕਿ ਬੜੇ ਸਾਰੇ ਤਾਂ ਲੋਕ ਬਿਲਕੁਲ ਇਹ ਸੇਵਾਵਾਂ ਦੇ ਰਹੇ ਨੇ, ਉਹਦੇ ਵਿੱਚ ਈਵਨ ਬੜੀ ਵਾਰੀ ਹਾਲ ਇਹ ਆ ਵੀ ਹਸਪਤਾਲਾਂ 'ਚ ਦਵਾਈਆਂ ਨਹੀਂ ਹੈ, ਲੋਕ ਆਉਂਦੇ ਨੇ ਨਿਰਾਸ਼ ਹੋ ਕੇ ਜਾਂਦੇ ਨੇ, ਇਹ ਜਿਹਾ ਸਿਸਟਮ ਵੀ ਹੈ। ਲੇਕਿਨ ਬੜੇ ਸਾਰੇ ਇਹਦੇ ਵਿੱਚ ਹੀ ਸਾਡੇ ਡਾਕਟਰਸ ਅਜਿਹੇ ਵੀ ਨੇ ਜਿਹੜੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਵੀ ਲਗਾਉਂਦੇ ਨੇ, ਉਹ ਹਸਪਤਾਲਾਂ ਦੀ ਸੁੰਦਰੀਕਰਨ ਵੀ ਕਰਦੇ ਨੇ, ਤੇ ਉਹ ਲੋਕਾਂ ਨੂੰ ਸੇਵਾਵਾਂ ਦੇਣ ਦੇ ਲਈ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਲਗਾ ਕੇ ਲੋਕਾਂ ਨੂੰ ਸੇਵਾਵਾਂ ਦਿੰਦੇ ਨੇ। ਲੇਕਿਨ ਇਹਦੇ ਨਾਲ ਨਾਲ ਇੱਕ ਇਹ ਵੀ ਆ ਕਿ ਕੁਝ ਕਾਲੀਆਂ ਭੇਡਾਂ ਵੀ ਨੇ ਜਿਨ੍ਹਾਂ ਨੇ ਉਹ ਹਸਪਤਾਲ ਜਾਂ ਉਹ ਨੌਕਰੀਆਂ ਆਪਣੇ ਇੱਕ ਤਰੀਕੇ ਨਾਲ ਲੁੱਟ ਦਾ ਕੇਂਦਰ ਬਣਾਏ ਹੋਏ ਨੇ। ਉਹ ਨੌਕਰੀਆਂ 'ਤੇ ਨਹੀਂ ਜਾਂਦੇ, ਉਹ ਪ੍ਰਾਈਵੇਟ ਕਲੀਨਿਕ ਉਹਨਾਂ ਨੇ ਚਲਾ ਰੱਖੇ ਨੇ, ਬਹੁਤ ਕੁਛ ਆ। ਲੇਕਿਨ ਇਹ ਜਿਹੜੀਆਂ ਕਾਲੀਆਂ ਭੇਡਾਂ ਨੇ ਇਹ ਬਹੁਤ ਥੋੜ੍ਹੀਆਂ ਨੇ। ਇਹਨਾਂ ਕਾਲੀਆਂ ਭੇਡਾਂ ਕਰਕੇ ਜਿਹੜਾ ਵਰਗ ਹੈਗਾ ਪੂਰਾ ਡਾਕਟਰ ਵਰਗ ਬਦਨਾਮ ਹੁੰਦਾ, ਪੂਰਾ ਸਰਕਾਰੀ ਮੁਲਾਜ਼ਮ ਬਦਨਾਮ ਹੁੰਦਾ। ਦੇਖੋ ਜੀ, ਸਰਕਾਰੀ ਮੁਲਾਜ਼ਮ ਇੱਦਾਂ ਮੰਨਦੇ ਨੇ ਵੀ ਜਨਰਲਾਈਜ਼ ਕਰ ਦਿੰਦੇ ਨੇ, ਸਰਕਾਰੀ ਮੁਲਾਜ਼ਮ ਜੀ ਇਹ ਕੋਈ ਕੰਮ ਨਹੀਂ ਕਰਦੇ। ਈਵਨ ਅਜਿਹੀ ਵੀ ਇੱਕ ਲੋਕਾਂ 'ਚ ਇੰਪਰੈਸ਼ਨ ਬਣਿਆ ਹੋਇਆ, ਜੇ ਕੋਈ ਤੁਸੀਂ ਕੰਮ ਨਹੀਂ ਕਰਨਾ ਸਰਕਾਰੀ ਮੁਲਾਜ਼ਮ ਲੱਗ ਜਾਓ। ਇਹ ਜਿਹੜੇ ਇੰਪਰੈਸ਼ਨਸ ਨੇ ਸਾਨੂੰ ਤੋੜਨੇ ਪੈਣੇ ਨੇ, ਕਿਉਂਕਿ ਅਲਟੀਮੇਟਲੀ ਅਸੀਂ ਲੋਕਾਂ ਨੂੰ ਸੇਵਾ ਦੇਣ ਦੇ ਲਈ ਸਰਵਿਸਿਜ਼ ਦੇ ਵਿੱਚ ਆਇਆ। ਪੈਸੇ ਕਮਾਉਣ ਲਈ ਹੋਰ ਬੜੇ ਸਾਰੇ ਅਦਾਰੇ ਸੀਗੇ ਜਿੱਥੇ ਅਸੀਂ ਜਾ ਸਕਦੇ ਸੀ, ਹੋ ਸਕਦਾ ਸਾਨੂੰ ਇਸ ਤੋਂ ਵੱਧ ਤਨਖਾਹਾਂ ਮਿਲਦੀਆਂ। ਈਵਨ ਮੈਂ ਤੁਹਾਨੂੰ ਦੱਸਾਂ, ਸਾਡੇ ਪਸ਼ੂ ਪਾਲਣ ਦੇ ਵਿਭਾਗ ਦੇ ਵਿੱਚ ਹਾਲ ਇਹ ਆ ਵੀ ਉਨੇ ਇੱਕ ਡਾਕਟਰ ਆ ਕੇ ਨਵੇਂ ਜੁਆਇਨ ਕਰਦੇ ਆ ਸਰਕਾਰ ਦੇ ਵਿੱਚ, ਤੇ ਉਨੇ ਇੱਕ ਬੰਦੇ ਫੌਰਨ ਨੂੰ ਚਲੇ ਜਾਂਦੇ ਆ ਲੰਬੀ ਲੀਵ ਦੇ ਉੱਤੇ, ਉਹਨਾਂ ਨੇ ਕਦੇ ਭਾਰਤ ਦੇ ਵਿੱਚ ਵਾਪਸ ਨਹੀਂ ਆਉਣਾ। ਇਸੇ ਤਰੀਕੇ ਨਾਲ ਹੈਲਥ ਦੇ ਵਿੱਚ ਤੁਸੀਂ ਦੇਖਦੇ ਹੋ ਕੀ ਹਾਲ ਆ ਵੀ ਇਹਨਾਂ ਨੇ ਬਹੁਤ ਵਾਰੀ ਇੰਟਰਵਿਊਜ਼ ਰੱਖ ਲਈਆਂ ਨਵੀਆਂ ਭਰਤੀ ਕਰਨ ਵਾਸਤੇ, ਡਾਕਟਰ ਆਉਣ ਨੂੰ ਇਹ ਤਿਆਰ ਨਹੀਂ। ਬਾਰ-ਬਾਰ ਉਹਨਾਂ ਨੂੰ ਬੁਲਾਉਣ ਦੇ ਬਾਵਜੂਦ ਵੀ ਡਾਕਟਰ ਨਹੀਂ ਆ ਰਹੇ। ਉਹਨਾਂ ਨੇ ਪ੍ਰਾਈਵੇਟ ਆਪਣੇ ਹਸਪੀਟਲ ਜਿਹੜੇ ਹੈਗੇ ਨੇ ਉਧਰ ਨੂੰ ਜਾ ਰਹੇ ਨੇ, ਉਹਨਾਂ ਨੂੰ ਲੱਗਦਾ ਵੀ ਉਧਰਲੇ ਪਾਸੇ ਜ਼ਿਆਦਾ ਪੈਸੇ ਆ। ਪਰ ਫਿਰ ਵੀ ਜਿਹੜੇ ਡਾਕਟਰਸ ਸਰਕਾਰੀ ਸੇਵਾਵਾਂ ਆਪਟ ਕਰਦੇ ਨੇ, ਮੇਰਾ ਸਾਰਿਆਂ ਉਹਨਾਂ ਲਈ ਸੰਦੇਸ਼ ਇਹ ਹੈ ਕਿ ਜੇ ਅਸੀਂ ਇਹ ਆਪਟ ਕੀਤੀ ਆ, ਲੋਕ ਸੇਵਾ ਦਾ ਖੇਤਰ ਚੁਣਿਆ, ਤਾਂ ਲੋਕ ਸੇਵਾ ਵੱਲ ਨੂੰ ਅਸੀਂ ਤੁਰੀਏ। ਜਿਹੜੇ ਬੰਦੇ ਨਹੀਂ ਦੇ ਰਹੇ ਅਸੀਂ ਉਧਰ ਨੂੰ ਤੁਰੀਏ ਤਾਂ ਕਿ ਅਸੀਂ ਲੋਕਾਂ ਦੇ ਨਾਲ ਜੁੜੇ ਰਹਿ ਸਕੀਏ, ਲੋਕਾਂ ਨੂੰ ਸੇਵਾਵਾਂ ਦੇ ਸਕੀਏ। ਜੇ ਅਸੀਂ ਲੋਕਾਂ ਦੇ ਨਾਲ ਨਹੀਂ ਜੁੜੇ ਹੋਵਾਂਗੇ ਤਾਂ ਸਰਕਾਰ ਸਾਡਾ ਸ਼ੋਸ਼ਣ ਕਰੇਗੀ, ਤੇ ਇਹ ਜਿਹੇ ਹੀ ਕਾਰਨ ਨੇ ਜਿਹਦੇ ਕਰਕੇ ਸਰਕਾਰ ਅਜਿਹਾ ਇੱਦਾਂ ਦਾ ਕੁਛ ਤੁਰੀ ਆ। ਸਾਨੂੰ ਉਹ ਜਿਹੜਾ ਇੰਪਰੈਸ਼ਨ ਹੈਗਾ ਉਹ ਚੇਂਜ ਕਰਨ ਦੀ ਲੋੜ ਆ, ਲੋਕਾਂ ਨੂੰ ਸੇਵਾਵਾਂ ਦੇਣ ਦੀ ਲੋੜ ਆ। ਉਹਦੇ ਨਾਲ ਜਿੱਥੇ ਤੁਹਾਡੇ ਨਾਲ ਧੱਕਾ ਹੁੰਦਾ ਤੇ ਉਹਦੇ ਖਿਲਾਫ ਤੁਹਾਨੂੰ ਇਕੱਠੇ ਹੋ ਕੇ ਖੜਨ ਦੀ ਲੋੜ ਆ। ਇਹ ਜਿਹੜੇ ਤੁਹਾਨੂੰ ਐਕਸਪਲੋਇਟ ਕਰਦੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਆ ਵੀ ਤੁਸੀਂ ਸਾਨੂੰ ਐਕਸਪਲੋਇਟ ਨਹੀਂ ਕਰ ਸਕਦੇ। ਸਾਨੂੰ ਇਕੱਠੇ ਹੋਣ ਦੀ ਲੋੜ ਆ, ਜਿੱਥੇ ਇਕੱਠੇ ਹੋ ਕੇ ਹੰਭਲੇ ਮਾਰਨ ਦੀ ਲੋੜ ਆ, ਲੋਕ ਸੰਘਰਸ਼ ਕਰਨ ਦੀ ਲੋੜ ਆ। ਸਾਨੂੰ ਉਸ ਰਸਤਿਆਂ 'ਤੇ ਵੀ ਤੁਰੇ ਰਹਿਣਾ ਪਏਗਾ। ਇਹ ਮੇਰਾ ਜਿਹੜਾ ਸੰਦੇਸ਼ ਹੈਗਾ ਸਾਰਿਆਂ ਦੇ ਲਈ ਆ। ਧੰਨਵਾਦ ਜੀ ਡਾਕਟਰ ਸਾਹਿਬ ਸਮਾਂ ਦੇਣ ਲਈ। ਇਹ ਸਨ ਡਾਕਟਰ ਅਬਦੁਲ ਮਜੀਦ ਜੀ, ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਜਿਹੜਾ 6ਵਾਂ ਪੇ ਕਮਿਸ਼ਨ ਆ ਉਹ ਕਿੱਦਾਂ ਡਾਕਟਰਸ ਦੇ ਹਿੱਤਾਂ ਦੇ ਵਿੱਚ ਨਹੀਂ ਹੈ, ਕਿਸ ਤਰੀਕੇ ਨਾਲ ਉਹਨਾਂ ਨੇ ਡਾਕਟਰਸ ਦੇ ਦੀਆਂ ਸੈਲਰੀਆਂ ਦੇ ਵਿੱਚ ਕਟੌਤੀ ਕੀਤੀ ਹੈ, NPA ਦੇ ਵਿੱਚ ਕਟੌਤੀ ਕੀਤੀ ਹੈ, ਅਤੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਕਿੱਦਾਂ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਸਿਸਟਮ ਆ
ਉਹ ਇਹਦੇ ਵਿੱਚ ਇਨਵੋਲਵ ਆ 6ਵੇਂ ਪੇ ਕਮਿਸ਼ਨ ਦੇ ਵਿੱਚ। ਤੇ ਉਹਨਾਂ ਨੇ ਜਿਹੜੇ MLA MPs ਆ ਉਹਨਾਂ ਤੇ ਵੀ ਸਵਾਲ ਚੱਕਿਆ ਕਿ ਕਿੱਦਾਂ ਉਹਨਾਂ ਦੀਆਂ ਤਨਖਾਹਾਂ ਤੇ ਕਦੇ ਵੀ ਕੋਈ ਜਿਹੜਾ ਕੱਟ ਨਹੀਂ ਲੱਗਦਾ, ਉਹਨਾਂ ਦੇ ਕਿਸੇ ਮੋਬਾਈਲ ਭੱਤੇ ਤੇ ਕਦੇ ਕੱਟ ਨਹੀਂ ਲੱਗਦਾ। ਤੇ ਈਵਨ ਕਿ ਜਦੋਂ ਸੰਸਦ ਦੇ ਵਿੱਚ ਆਉਂਦੇ ਆ ਤਾਂ ਸੰਸਦ ਦੇ ਵਿੱਚ ਬੈਠਣ ਦੇ ਵੀ ਅਲੱਗ ਤੋਂ ਉਹਨਾਂ ਨੂੰ ਅਲਾਉਂਸ ਜਿਹੜੇ ਮਿਲਦੇ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਡਾਕਟਰਸ ਜਿਹੜੇ ਵਰਕ ਕਲਚਰ ਜਿਹੜਾ ਹੋਣਾ ਚਾਹੀਦਾ, ਜਿਹੜੇ ਉਸ ਵਰਕ ਕਲਚਰ ਨੂੰ ਬਣਾ ਕੇ ਨਹੀਂ ਰੱਖਦੇ, ਕੰਮ ਨਹੀਂ ਕਰਦੇ, ਜਿਹੜੀਆਂ ਸੇਵਾਵਾਂ ਅਸੀਂ ਦੇਣੀਆਂ ਨੇ ਉਹ ਨਹੀਂ ਦਿੰਦੇ, ਉਹਨਾਂ ਤੇ ਵੀ ਸਵਾਲ ਉਠਾਏ ਆ। ਮੈਂ ਕਰਮ ਸੇਖਾ, ਦੇਖਦੇ ਰਹੋ ਦਾ ਮਿਰਰ ਪੰਜਾਬ TV।